ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਸਾਰੇ ਸਾਧ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਧ ਸੰਗਤ ਜੀ, ਇਸ ਚੈਨਲ ਤੇ ਤੁਹਾਨੂੰ ਰੂਹਾਨੀਅਤ ਦੀਆਂ ਗੱਲਾਂ, ਸਤਸੰਗ ਤੇ ਸਾਖੀਆਂ ਸੁਣਾਈਆਂ ਜਾਣਗੀਆਂ। ਸਾਧ ਸੰਗਤ ਜੀ, ਜੇ ਤੁਹਾਨੂੰ ਸਾਖੀਆਂ ਸੁਣਨਾ ਅੱਛਾ ਲੱਗਦਾ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਨੋਟੀਫਿਕੇਸ਼ਨ ਨੂੰ ਵੀ ਔਨ ਕਰ ਲਓ ਤਾਂ ਕਿ ਮੇਰੀ ਕੋਈ ਵੀ ਸਾਖੀ ਆਏ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਆ ਜਾਏ। ਤਾਂ ਚਲਿਏ ਸਾਧ ਸੰਗਤ ਜੀ, ਅੱਜ ਦਾ ਆਪਾਂ ਜੋ ਸਾਖੀ ਹੈ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ, ਅੱਜ ਦੀ ਸਾਖੀ ਹੈ ਜੋ ਮਾਲਿਕ ਦੀ ਭਗਤੀ 'ਚ ਲੱਗਿਆ ਹੁੰਦਾ ਹੈ ਉਸ ਨੂੰ ਮਾਲਿਕ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ। ਮਾਲਿਕ ਦੇ ਭਗਤ ਜੋ ਉਸ ਤੇ ਵਿਸ਼ਵਾਸ ਰੱਖਦੇ ਹੈ, ਉਸ ਦੇ ਹੁਕਮ 'ਚ ਰਹਿੰਦੇ ਹੈ, ਉਸ ਦੀ ਬੰਦਗੀ ਕਰਦੇ ਹੈ, ਮਾਲਿਕ ਉਹਨਾਂ ਨੂੰ ਕਦੇ ਵੀ ਖਾਲੀ ਨਹੀਂ ਰੱਖਦਾ ਅਤੇ ਉਹਨਾਂ ਨਾਲ ਕੀ ਖੇਲ ਕਰਦਾ ਹੈ। ਚਲੋ ਅੱਜ ਆਪਾਂ ਜਾਣਦੇ ਹਾਂ ਇਸ ਪ੍ਰਸੰਗ ਵਿੱਚ। ਇੱਕ ਪਰਿਵਾਰ ਦੇ ਇੱਕ ਪਿਤਾ ਦੇ 4 ਬੇਟੇ ਸੀ ਔਰ ਬਹੁਤ ਅੱਛਾ ਕਾਰੋਬਾਰ ਸੀ ਤੇ ਉਹਨਾਂ ਦੇ ਮਾਤਾ ਪਿਤਾ ਹੁਣ ਪੂਰੇ ਹੋ ਚੁੱਕੇ ਸੀ। ਸ਼ਾਦੀ ਤਾਂ 4 ਦੇ ਹੋ ਗਈ ਸੀ, ਲੇਕਿਨ ਜੋ 3 ਛੋਟੇ ਭਾਈ ਸੀ ਉਹ ਦਿਨ ਰਾਤ ਕਾਰੋਬਾਰ 'ਚ ਲੀਨ ਰਹਿੰਦੇ ਸੀ, ਬਹੁਤ ਕੰਮ ਕਰਦੇ ਸੀ। ਤੇ ਜੋ ਵੱਡਾ ਸੀ ਉਹ ਐਸ਼ ਪ੍ਰਸਤ ਕਰਦਾ ਸੀ ਤੇ ਕੋਈ ਕਾਰੋਬਾਰ ਨਹੀਂ ਕਰਦਾ ਸੀ ਤੇ ਖਰਚ ਵੀ ਦੂਜਿਆਂ ਤੋਂ ਜ਼ਿਆਦਾ ਕਰਦਾ ਸੀ। ਇਸ ਲਈ ਛੋਟੇ ਦੁਖੀ ਹੋ ਜਾਂਦੇ ਸੀ ਤੇ ਸੋਚਦੇ ਸੀ ਕਿ ਇਹਨੂੰ ਚੌਥਾ ਹਿੱਸਾ ਦੇ ਕੇ ਇਹਨੂੰ ਅਲੱਗ ਕਰ ਦਿੰਦੇ ਹਾਂ, ਆਪਣੀ ਜ਼ਰੂਰਤ ਆਪ ਪੂਰੀ ਕਰੇਗਾ, ਭੁੱਖਾ ਰਹੇਗਾ, ਨਹੀਂ ਤਾਂ ਜੇ ਭੁੱਖਾ ਮਰੇਗਾ ਤਾਂ ਆਪ ਕੰਮ ਕਰੇਗਾ। ਕਦੇ ਗੀਤਾ ਦੀ ਪੋਥੀ ਅੱਗੇ ਰੱਖ ਲੈਂਦਾ ਹੈ, ਕਦੇ ਮੰਦਿਰ ਜਾ ਕੇ ਬਹਿ ਜਾਂਦਾ ਹੈ ਤੇ ਸਾਰਾ ਕਾਰੋਬਾਰ ਅਸੀਂ ਕਰਦੇ ਹਾਂ, ਖਪਦੇ ਵੀ ਅਸੀਂ ਰਹਿੰਦੇ ਹਾਂ। ਇਸ ਤਰ੍ਹਾਂ ਸੋਚਦੇ ਸੀ। ਉਹਨਾਂ ਨੇ ਉਸ ਭਾਈ ਨੂੰ ਚੌਥਾ ਹਿੱਸਾ ਦੇ ਕੇ ਅਲੱਗ ਕਰ ਦਿੱਤਾ। ਕਾਰੋਬਾਰ ਧੰਦਾ ਬਸ ਉਹੀ ਗੀਤਾ ਪੜ੍ਹਨੀ, ਮੰਦਿਰ ਜਾਣਾ, ਕਥਾ ਸੁਣਨੀ, ਧੀਰੇ ਧੀਰੇ ਸਾਰੀ ਪੂੰਜੀ ਸਮਾਪਤ ਹੋ ਰਹੀ ਸੀ। ਆਪ ਹੀ ਸਸੁਰਾਲ ਵਾਲੇ ਵਿਚਾਰੀ ਬੇਟੀ ਨੂੰ ਇੱਕ ਜਿਹੜੀ ਭੈਣ ਦਿੱਤੀ ਸੀ ਉਹ ਵੀ ਵੇਚ ਦਿੱਤੀ ਤੇ ਛੱਲੇ ਛੁੱਲੇ ਜੋ ਵੀ ਸੋਨਾ ਪੱਲੇ ਸੀਗਾ ਉਹ ਵੀ ਵੇਚ ਦਿੱਤਾ। ਘਰ ਵਾਲੀ ਨੇ ਕਿਹਾ ਕਿ ਪਤੀ ਜੀ ਹੁਣ ਤਾਂ ਕੋਈ ਕੰਮ ਕਰ ਲਓ, ਆਪਾਂ ਰੋਟੀ ਕਿੱਥੋਂ ਖਾਵਾਂਗੇ, ਆਪਾਂ ਤਾਂ ਰੋਟੀ ਤੋਂ ਵੀ ਹੈਗੇ। ਉਸਨੇ ਕਹਾ ਕਿ ਭੋਲੀਏ, ਉਸ ਰੱਬ ਤੇ ਵਿਸ਼ਵਾਸ ਰੱਖ, ਉਹ ਆਪ ਕੁਛ ਕਰੇਗਾ। ਕੁਝ ਸਮਾਂ ਹੋਰ ਬੀਤ ਗਿਆ। ਪਤਨੀ ਨੇ ਕਿਹਾ ਹੁਣ ਤਾਂ ਮੈਂ ਖਾਣਾ ਪਕਾਉਣ ਤੋਂ ਵੀ ਰਹੀ, ਕੀ ਖਾਣਾ ਆਪਾਂ, ਕਿ ਮੈਂ ਬੱਚਿਆਂ ਨੂੰ ਖਵਾਵਾਂ। ਇਹ ਕਹਿ ਕੇ ਫਿਰ ਕਿਹਾ ਬਈਏ ਉਸ ਰੱਬ ਤੇ ਭਰੋਸਾ ਕਰ, ਉਹ ਆਪ ਹੀ ਦੇਵੇਗਾ। ਇਹ ਕਹਿ ਕੇ ਘਰ ਤੋਂ ਜਾ ਕੇ ਜੰਗਲ 'ਚ ਚਲਾ ਗਿਆ। ਪਾਣੀ ਦੀ ਭਾਲ ਕਰਦਾ ਹੋਇਆ ਇੱਕ ਛੱਪੜੀ ਕੋਲ ਪਹੁੰਚ ਗਿਆ ਤੇ ਉੱਥੇ ਪਾਣੀ ਦੂਰ ਸੀ, ਉਹ ਹੱਥ ਨਹੀਂ ਪਹੁੰਚਿਆ ਤੇ ਉਹਨੇ ਬੈਠ ਕੇ ਕੀਚੜ ਦੂਜੀ ਤਰਫ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਕੀ ਦੇਖਿਆ ਕਿ ਉਹਦੇ ਥੱਲੇ ਇੱਕ ਮਟਕੀ ਪਈ ਸੀ ਜੋ ਕਿ ਮਾਇਆ ਨਾਲ ਭਰੀ ਹੋਈ ਸੀ। ਫਿਰ ਉਸਨੇ ਝਾਟੀ ਉਸਨੇ ਮਿੱਟੀ ਪਾ ਦਿੱਤੀ ਤੇ ਉਹਨੇ ਸੋਚਿਆ ਕਿ ਇਹਨੂੰ ਰਾਤ ਨੂੰ ਲੈ ਕੇ ਜਾਊਂਗਾ, ਜੇ ਇਸ ਵਕਤ ਲੈ ਕੇ ਗਿਆ ਤਾਂ ਸਭ ਨੂੰ ਪਤਾ ਚੱਲ ਜਾਏਗਾ ਤੇ ਪੂਰੇ ਪਿੰਡ ਚਰਚਾ ਹੋ ਜਾਊਗੀ, ਇਸ ਲਈ ਮੈਨੂੰ ਰਾਤੀ ਹੀ ਲੈ ਕੇ ਜਾਊਂਗਾ। ਤੇ ਘਰ ਆ ਗਿਆ। ਉਹਨੇ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਪਾਣੀ ਦੇ ਕਿਨਾਰੇ ਇੱਕ ਮਾਇਆ ਦੀ ਮਟਕੀ ਦੇਖ ਕੇ ਆਇਆ ਹਾਂ, ਲੇਕਿਨ ਉਸਨੂੰ ਲੈ ਕੇ ਨਹੀਂ ਆਇਆ, ਉਸ ਤੇ ਮਿੱਟੀ ਪਾ ਕੇ ਉਹਨੂੰ ਢੱਕ ਕੇ ਆਇਆ। ਤੇ ਉਹ ਪਤਨੀ ਨੇ ਕਿਹਾ ਕਿ ਤੁਸੀਂ ਲੈ ਕੇ ਕਿਉਂ ਨਹੀਂ ਆਏ? ਤੇ ਉਸਨੇ ਉੱਤਰ ਦਿੱਤਾ ਕਿ ਦੇਖੀ ਮੇਰਾ ਪ੍ਰਭੂ ਆਪ ਹੀ ਉਹ ਦੇਵੇਗਾ, ਉਹ ਆਪਾਂ ਨਹੀਂ ਲੈ ਕੇ ਆਣਾ। ਉਸ ਵਕਤ ਉਹਦੀ ਪੜੋਸਨ ਉਹ ਸੁਣ ਰਹੀ ਸੀ ਤੇ ਉਸਨੇ ਜਾ ਕੇ ਫਟਾਫਟ ਆਪਣੇ ਪਤੀ ਨੂੰ ਗੱਲ ਦੱਸੀ ਤੇ ਉਹਨੇ ਕਿਹਾ ਕਿ ਕਿਉਂ ਨਾ ਆਪਾਂ ਇਹਨਾਂ ਦੀ ਅੱਖਾਂ 'ਚ ਧੂਲ ਪਾ ਕੇ ਆਪਾਂ ਹੀ ਜਾ ਕੇ ਲੈ ਆਉਂਦੇ ਹਾਂ ਤੇ ਉਹ ਸਾਰੀ ਮਟਕੀ ਜਿਹੜੀ ਮਾਇਆ ਦੀ ਆਪਣੀ ਹੋਵੇਗੀ। ਸਾਸੰਗ ਜੀ ਉਹ ਚਲੇ ਗਏ ਤੇ ਜਾ ਕੇ ਉਹਨਾਂ ਨੂੰ ਢੱਕਣ ਚੱਕਿਆ ਤੇ ਦੇਖਿਆ ਕਿ ਉਸ 'ਚ ਕਾਲਾ ਨਾਗ ਜੋ ਕਿ ਸੁਨਿਆਰ ਕਰਕੇ ਬੈਠਿਆ ਸੀ। ਜਦੋਂ ਉਸਨੇ ਫੁੰਕਾਰਾ ਮਾਰਿਆ ਤੇ ਉਹਨਾਂ ਨੇ ਡਰ ਦੇ ਕਾਰਨ ਉਹ ਮਟਕੀ ਦੇ ਉੱਤੇ ਢੱਕਣ ਦੇ ਦਿੱਤਾ ਤੇ ਕਿਹਾ ਇਹ ਪੜੋਸੀ ਤਾਂ ਆਪਾਂ ਨੂੰ ਮਾਰਨ ਦਾ ਯਤਨ ਕਰਦਾ ਸੀ, ਇਹੀ ਚੀਜ਼ ਹੋਊਗੀ। ਉਹ ਢੱਕਣ ਉਹਨਾਂ ਨੇ ਚੱਕਿਆ ਤੇ ਉਹਨਾਂ ਨੇ ਸੋਚਿਆ ਕਿ ਇਹ ਢੱਕਣ ਆਪਾਂ ਲੈ ਜਾਂਦੇ ਹਾਂ, ਉੱਥੇ ਢੱਕਣ ਖਾਏਂਗੇ, ਸੱਪ ਲੜ ਕੇ ਮਰ ਮੁੱਕ ਜਾਣਗੇ, ਲੇਕਿਨ ਖੜੇ ਹੋकर ਉਹਨਾਂ ਨੂੰ ਛੱਪਰ ਤੋਂ ਫੈਂਕ ਦੇਵਾਂਗੇ ਤੇ ਉਹ ਬਚ ਗਏ ਹੈ ਕਿ ਨਹੀਂ ਬਚ ਪਾਏਂਗੇ। ਉਹਨਾਂ ਨੂੰ ਜੋ ਮਟਕੀ ਉਠਾਈ ਤੇ ਉਹਨਾਂ ਦੇ ਘਰ ਲੈ ਕੇ ਚਲੇ ਗਏ। ਰਾਤ ਨੂੰ ਜਦੋਂ ਸਾਰੇ ਸੋ ਜਾਣਗੇ ਇਸ ਨੂੰ ਅੰਦਰ ਫੈਂਕ ਦਾਂਗੇ ਤੇ ਜਿਹੜਾ ਕਾਲਾ ਖੜਾਪਾ ਨਾਗ ਹੈ ਉਹਨਾਂ ਨੂੰ ਲੜ ਜਾਏਗਾ ਤੇ ਉਹ ਸਾਰੇ ਮਰ ਜਾਣਗੇ। ਇਹਨਾਂ ਦੀ ਚਲਾਕੀ ਇਹਨਾਂ ਤੇ ਹੀ ਪਾਉਂਦੇ ਹਨ ਤੇ ਇਹਨਾਂ ਨੂੰ ਉਸ ਚੀਜ਼ ਦਾ ਫਲ ਮਿਲੇਗਾ। ਤੇ ਸਾਧ ਸੰਗਤ ਜੀ ਉਹਨਾਂ ਨੇ ਇਹੀ ਕੀਤਾ, ਲੇਕਿਨ ਸਾਧ ਸੰਗਤ ਜੀ ਉਸ ਮਟਕੀ 'ਚ ਮਾਇਆ ਹੀ ਸੀ ਜੋ ਉਹਨਾਂ ਨੂੰ ਨਾਗ ਰੂਪ 'ਚ ਦਿਖੀ ਸੀ, ਕਿਉਂਕਿ ਉਹਨਾਂ ਦੇ ਕਰਮਾਂ 'ਚ ਨਹੀਂ ਸੀ ਉਹ ਚੀਜ਼। ਪਤੀ ਪਤਨੀ ਸਵੇਰੇ ਉੱਠੇ, ਉਹਨਾਂ ਨੇ ਮਾਇਆ ਦਾ ਢੇਰ ਦੇਖਿਆ ਤੇ ਉਹ ਤਾਂ ਉਹਨਾਂ ਨੂੰ ਲੱਗਿਆ ਕਿ ਆਹ ਸਭ ਖੁਸ਼ੀ ਦਾ ਸੂਰਜ ਚੜ੍ਹਿਆ ਹੈ। ਗਮ, ਚਿੰਤਾ, ਹਨੇਰੇ ਹੁਣ ਸਾਰਾ ਕੁਛ ਦੂਰ ਹੋ ਗਿਆ। ਛੱਪਰਾਂ ਦੀ ਜਗ੍ਹਾ ਤੇ ਸੋਹਣਾ ਜਿਹਾ ਮਕਾਨ ਬਣ ਗਿਆ।
ਸੋ ਸਾਧ ਸੰਗਤ ਜੀ, ਇਹੀ ਕਿਹਾ ਜਾਂਦਾ ਹੈ ਕਿ ਪ੍ਰਭੂ ਤੇ ਭਰੋਸਾ ਰੱਖਣਾ ਚਾਹੀਦਾ ਹੈ, शुभ फल जरूर मिलेगा। प्रभु सहाय। सो साध संगत जी, प्रभु की वडियाई अथाह है, कदे भी व्यर्थ नहीं जाती। सो भगती च लगे रहो, उस भगती नाल ही आपां नूं सब कुछ मिलेगा। आपां नूं सिमरन ही तारेगा, आपां नूं कोई होर चीज़ नहीं तार सकती। जो वक्त जिंदगी का प्रभु सिमरन तो खाली निकल गया है, किसी लेखे नहीं आना, वो व्यर्थ है। पता नहीं कदों बुलावा आ जाना। मुसाफिर जब किसी लंबी मंजिल की तैयारी करता है तो कोई समान राह ते खर्च तैयार करता है। अंत परलोक दे सफ़र दे भांडी बनना ते उस भंड दे सफ़र लई कुछ सोचना भी तो जरूरी है, क्योंकि बहुत कठिनाइयां ते बहुत सखाइयां हैं ते तपस्या भी बहुत करनी पैंदी है। उस लिए कुछ तो प्रबंध करना पड़ेगा ना। गुरुआं दी बख्शीश भी चाहिए है, नाम सिमरन चाहिए है, जो कि जो नाम सिमरन होएगा वही अपना साथी होगा, तो हर जगह ते जिहड़ी अपनी रक्षा करेगा। जंजूठा तो बचना है, तो तपस्या तो बचना है, अग्न कुंड तो बचना है, नरक दी खाही तो बच के निकलना है, खंडे दी तीखी धार जी वाड़ तो गुजरना है, दूतां तो बचना है। बहुत कठिनाई है, गिनकर दसी भी नहीं जा सकती। हर सख्ताई ते नाम ने ही रक्षा करनी है, नाम ही साथी बनेगा। नहीं तो जो जमा के खड़ा है वो सख्त और मजबूत है, जिन्हां दे हाथ तक जाना है। चित्त दी आसा नूं मिटाना है, ते चित्त दी आसा एक देवड़ी है जो अंदर बच जाती है, आजाद नहीं हो सकती। चित्त ही संसारी भोग दी आसा रखता है, ते आज तक पूरी नहीं हो रही। एक आसा चित्त करेगा तो उसमें सखेड़े आसा और बढ़ जाएंगी। इसलिए जे सुख चाहते हो तो आशा का त्याग करके प्रभु का सिमरन करना चाहिए है। इन जिन्नी भी इच्छा है सारे दुख रूप है। सो साध संगत जी, अपने मन की इच्छा चाह लोभ ते उन्हें त्याग कर दो। इन्हां दा त्याग नहीं होवेगा तब तक मन एकाग्र नहीं होवेगा। रावण कोल की कुछ नहीं सी, सोने दी लंका सी, 1 लाख उनके पुत्र सी, 1.25 लाख नाती पोते सी, भाई सुरबीर सी, सोने का तख्त सी, सोने का छत्र सी, सिर ते जड़ा झूल रहा सी, 5000 आदिपुरी जजियां सुंदर मनमोहक स्त्रियां सी, किसी के पदार्थ की कोई कमी नहीं सी। इंद्र देवता राजा, अग्नि देवता, पवन देवता, नौकरां जिन्हां दे सेवादार सी। लेकिन एक सीता दी चाहन जदों पैदा होई तो सब कुछ तबाह कर दिता, ते उसनूं हुण दीवा जलाउण लई भी कोई नहीं रहा। भविष्ण उही रावण दे हत्थां च दुखी होया, राम जी दी शरण च आ गया, क्योंकि उन्हें वो भगती भाव वाला सी, अदेत ईर्ष्या भाव तो रहित सी। सो साध संगत जी, रहित होना पैंदा है। सो हे सत्संगी जनों, अपने मन नूं निरपेर करो। जब तक ये मन दोषणों तो रहित नहीं होगा तब तक मन स्थिर नहीं हो सकता। इस मन ते बहुत विकार दबाई रखते हैं, कोई पैसे कोई पेश नहीं जाना, सोच समझ कर अकल मसराना करी रखते हैं, प्रभु की तरफ ध्यान नहीं लगन देंगे। जबकि इन्हां दा त्याग करना ही मन की स्थिरता और एकाग्रता है। मन नूं काबू करन लई मन का सुधार ही करना पैना है। जिस तरह कल का रोज चला गया, अज आ गया, अज भी चला जाएगा, ते अगे जिहड़ा तैयार खड़ा है। अंत समय नजदीक आ गया है, परमात्मा नूं प्राप्त करन दा सोच लो। ये जो बीत गया तो बीत गया, फिर वो मुड़ नहीं आएगा। सो साध संगत जी, आपां नूं अपना समय खराब नहीं करना, सेवा सिमरन करके अपना जीवन सफल बनाना है। साध संगत जी, ये जो प्रभु ते भरोसा रखने वाला है ना, उसमें फल जरूर मिलता है, उसदे सारे काम सफल होंदे है। वाहिगुरू जी दा खालसा, वाहिगुरू जी दी फतेह। साध संगत जी, जो तुहानूं ये जी ही रूहानियत दी गल्लां ते सत्संग ते साखियां सुनना अच्छा लगता है तो इस चैनल को सब्सक्राइब करो, तो मैं नोटिफिकेशन भी ऑन कर लो। तो साध संगत जी, आज मैं देना नवीं इजाजत, फिर मिलांगे एक नवीं ते प्यारी साखी दे नाल। जे तुहानूं ये साखी अच्छी लगी हो तो कमेंट च वाहिगुरू जी जरूर लिखियो, ते साध संगत जी लाइक जरूर करियो वीडियो में। वाहिगुरू जी दा खालसा, वाहिगुरू जी दी फतेह।